ਅੱਜ ਅੰਮ੍ਰਿਤ ਵੇਲੇ ਗੁਰੂਦੇਵ ਪਿਤਾ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 657 ਤੇ ਰਾਗ ਸੋਰਠ ਅੰਦਰ ਅੰਕਿਤ ਹੈ। ਜਦੋਂ ਦਾ ਇਹ ਸੰਸਾਰ ਪੈਦਾ ਹੋਇਆ ਹੈ, ਮਨੁੱਖ ਨੇ ਆਪਣੀ ਸੁਰਤ ਸੰਭਾਲੀ ਹੈ, ਇਸ ਦੇ ਦਿਮਾਗ ਦਾ ਵਿਕਾਸ ਹੋਇਆ ਹੈ ਔਰ ਇਸ ਮਨੁੱਖ ਨੇ ਇਸ ਸੰਸਾਰ ਨੂੰ ਵੇਖ ਕੇ ਇਹਦੇ ਬਾਰੇ ਆਪਣੀਆਂ ਮਨੌਤਾਂ ਔਰ ਆਪਣੇ ਵਿਚਾਰ ਪੈਦਾ ਕੀਤੇ ਹਨ। ਇਹ ਜਗਤ ਕਿਵੇਂ ਪੈਦਾ ਹੋਇਆ, ਕਿਸ ਨੇ ਪੈਦਾ ਕੀਤਾ ਔਰ ਕਿਵੇਂ ਇਹਦਾ ਵਿਨਾਸ਼ ਹੁੰਦਾ ਹੈ, ਅਨੇਕਾਂ ਕਿਸਮ ਦੇ ਵਿਚਾਰ ਧਰਮ ਦੀ ਦੁਨੀਆ ਦੇ ਅੰਦਰ ਧਾਰਮਿਕ ਲੋਕਾਂ ਨੇ ਦਿੱਤੇ। ਜਿਵੇਂ ਮਨੁੱਖ ਪੈਦਾ ਹੋਇਆ, ਇਸ ਮਨੁੱਖ ਨੇ ਚਾਰ ਚੁਫੇਰੇ ਤੱਕਿਆ ਤਾਂ ਇਸ ਨੂੰ ਰੁੱਖ ਦਰਖਤ ਆਦਿਕ ਨਜ਼ਰੀ ਪਏ। ਇਹਨੇ ਰੁੱਖਾਂ ਔਰ ਦਰਖਤਾਂ ਦੇ ਨਾਮ ਰੱਖੇ, ਨਦੀਆਂ ਨਾਲਿਆਂ ਝੀਲਾਂ ਦੀ ਪਹਿਚਾਣ ਵਾਸਤੇ ਉਹਨਾਂ ਦੇ ਨਾਮ ਰੱਖੇ, ਪਰਬਤਾਂ ਦੇ ਨਾਮ ਰੱਖੇ, ਆਕਾਸ਼ ਮੰਡਲ ਦੇ ਅੰਦਰ ਚਮਕਦੇ ਹੋਏ ਤਾਰੇ ਔਰ ਗ੍ਰਹਿਆਂ ਦੇ ਨਾਮ ਰੱਖੇ, ਪਸ਼ੂ ਪੰਛੀਆਂ ਦਾ ਇਸ ਨੇ ਨਾਮਕਰਨ ਕੀਤਾ। ਉਸ ਤੋਂ ਬਾਅਦ ਇਹਨੇ ਮਨੁੱਖਾਂ ਦੇ ਵੀ ਨਾਮ ਰੱਖੇ, ਜਿਨ੍ਹਾਂ ਰਾਹੀਂ ਇਸ ਮਨੁੱਖ ਦੀ ਨਾਮ ਕਰਕੇ ਪਹਿਚਾਣ ਹੋਣ ਲੱਗੀ। ਮਨੁੱਖ ਦੇ ਦਿਮਾਗ ਨੇ ਹੋਰ ਵਿਸਥਾਰ ਕੀਤਾ, ਇਹਦੇ ਅੰਦਰ ਸੋਚ ਪੈਦਾ ਹੋਈ ਕਿ ਇਸ ਸੰਸਾਰ ਨੂੰ ਕੋਈ ਪੈਦਾ ਕਰਨ ਵਾਲਾ ਹੈ, ਤਾਂ ਨਾਮ ਰੱਖ ਦਿੱਤਾ ਗੋਬਿੰਦ। ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ। ਇਸ ਨੂੰ ਸਮਝ ਆਈ ਕਿ ਸੰਸਾਰ ਦੀ ਪਾਲਣਾ ਕਿਵੇਂ ਹੋ ਰਹੀ ਹੈ, ਕੋਈ ਸੰਸਾਰ ਦੀ ਪਾਲਣਾ ਕਰ ਰਿਹਾ ਹੈ, ਤਾਂ ਉਸ ਦਾ ਨਾਮ ਰੱਖ ਦਿੱਤਾ ਗੋਪਾਲ, ਭਾਵ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ। ਇਸ ਤਰ੍ਹਾਂ ਜੋ ਗੁਣਾਂ ਤੋਂ ਪ੍ਰਭੂ ਪਰਮਾਤਮਾ ਦੇ ਅਨੇਕਾਂ ਨਾਮ ਜਿਹੜੇ ਨੇ ਰੱਖੇ ਗਏ। ਇਸ ਦੁਨੀਆ ਦੇ ਅੰਦਰ ਟੋਟਮ ਇਜ਼ਮ ਔਰ ਟੈਬੂਜ ਇਜ਼ਮ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਮਝ ਪੈਂਦੀ ਹੈ ਬਹੁਦੇਵਵਾਦ ਇਸ ਸੰਸਾਰ ਅੰਦਰ ਚੱਲਦਾ ਰਿਹਾ ਹੈ। ਉਪਰੰਤ ਧਰਮ ਦੀ ਦੁਨੀਆ ਵਿੱਚ ਵੀ ਵਿਕਾਸ ਹੋਇਆ, ਤ੍ਰੈਮੂਰਤੀ ਸਿਧਾਂਤ ਆਇਆ, ਫਿਰ ਇੱਕ ਈਸ਼ਵਰਵਾਦ ਦੀ ਗੱਲ ਹੋਈ ਔਰ ਇਹ ਮੰਨਿਆ ਜਾਣ ਲੱਗਾ ਕਿ ਸੰਸਾਰ ਨੂੰ ਰਚਨਹਾਰਾ ਇਸ ਸੰਸਾਰ ਤੋਂ ਵੱਖਰਾ ਕਿਤੇ ਆਕਾਸ਼ ਮੰਡਲਾਂ ਦੇ ਅੰਦਰ, ਸਵਰਗ ਵਿੱਚ, ਜੰਨਤ ਵਿੱਚ ਜਾਂ ਕਿਤੇ ਹੋਰ ਬੈਕੁੰਠ ਧਾਮ ਦੇ ਅੰਦਰ ਰਹਿੰਦਾ ਹੈ ਤੇ ਸੰਸਾਰ ਦੀ ਪਾਲਣਾ ਕਰਦਾ ਹੈ। ਐਸੀ ਵਿਚਾਰਧਾਰਾ ਇਸ ਜਗਤ ਦੇ ਅੰਦਰ ਰਹੀ ਹੈ। ਉਪਰੰਤ ਭਗਤ ਜਨ ਇਸ ਸੰਸਾਰ ਵਿੱਚ ਆਏ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਹੋਇਆ ਤਾਂ ਉਹਨਾਂ ਨੇ ਵਿਚਾਰ ਦਿੱਤੀ ਕਿ ਪ੍ਰਭੂ ਪਰਮਾਤਮਾ ਸੰਸਾਰ ਦੇ ਕਣ ਕਣ ਦੇ ਅੰਦਰ ਵਿਆਪਕ ਹੈ। ਉਸ ਮਾਲਕ ਤੋਂ ਬਿਨਾਂ ਇਸ ਜਗਤ ਦੇ ਅੰਦਰ ਹੋਰ ਕੋਈ ਵੀ ਨਹੀਂ ਹੈ। ਮਨੁੱਖ ਔਰ ਇਹ ਸੰਸਾਰ ਉਸ ਰੱਬ ਤੋਂ ਵੱਖਰੀ ਕੋਈ ਹਸਤੀ ਨਹੀਂ ਰੱਖਦਾ ਹੈ। ਮਨੁੱਖ ਦੇ ਅੰਦਰ ਇੱਕ ਬਹੁਤ ਵੱਡਾ ਭੁਲੇਖਾ ਹੈ ਕਿ ਇਹ ਜਗਤ ਵੱਖਰਾ ਹੈ ਔਰ ਰੱਬ ਵੱਖਰਾ ਹੈ। ਭਗਤ ਰਵਿਦਾਸ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਸਾਡੇ ਉਸ ਭਰਮ ਔਰ ਭੁਲੇਖੇ ਨੂੰ ਦੂਰ ਕੀਤਾ ਹੈ ਔਰ ਪ੍ਰਭੂ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾਈ ਹੈ। ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪੱਤੀ, ਪਾਲਣਾ, ਲੈਤਾ ਔਰ ਸੰਚਾਲਨ ਹੁੰਦਾ ਹੈ, ਉਹ ਪ੍ਰਭੂ ਹੈ। ਭਾਵ ਕਿ ਉਹ ਸਰਬ ਵਿਆਪਕ ਹੈ, ਉਹ ਆਪ ਇੱਕ ਹੀ ਪਸਰਿਆ ਹੋਇਆ ਹੈ। ਉਸ ਇੱਕ ਦਾ ਹੀ ਇਹ ਸਾਰਾ ਸੰਸਾਰ, ਦਿਸਦਾ ਰੂਪ ਔਰ ਅੰਦ੍ਰਿਸ਼ਟ ਜਗਤ ਉਸ ਇੱਕ ਦਾ ਹੀ ਪਸਾਰਾ ਹੈ। ਉਹੀ ਨਿਰਗੁਣ ਹੈ, ਉਹ ਨਿਰਗੁਣ ਤੋਂ ਸਰਗੁਣ ਹੋਇਆ ਹੈ। ਉਹੀ ਨਿਰਾਕਾਰ ਹੈ ਤੇ ਉਹ ਆਪ ਹੀ ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ। ਇਹ ਦਿਸਦਾ ਜਗਤ ਉਸ ਮਾਲਕ ਦਾ ਹੀ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਜਿਵੇਂ ਪਾਣੀ ਮਾਈਨਸ ਟੈਂਪਰੇਚਰ ਦੇ ਅੰਦਰ ਬਰਫ਼ ਬਣ ਜਾਂਦਾ ਹੈ, ਤਾਂ ਹੁਣ ਇਹ ਨਹੀਂ ਕਿ ਪਾਣੀ ਵੱਖਰਾ ਹੈ ਤੇ ਬਰਫ਼ ਵੱਖਰੀ ਹੈ। ਬਰਫ਼ ਪਾਣੀ ਹੀ ਹੈ, ਪਾਣੀ ਹੀ ਬਰਫ਼ ਬਣ ਗਿਆ ਹੈ। ਤੇ ਜਦੋਂ ਗਰਮੀ ਪੈਂਦੀ ਹੈ, ਬਰਫ਼ ਪਿਘਲ ਜਾਂਦੀ ਹੈ ਤਾਂ ਪਾਣੀ ਆਪਣੇ ਤਰਲ ਰੂਪ ਵਿੱਚ ਆ ਜਾਂਦਾ ਹੈ। ਤੇ ਜਦੋਂ ਅਸੀਂ ਪਾਣੀ ਨੂੰ ਅੱਗ 'ਤੇ ਰੱਖਦੇ ਹਾਂ, ਪਾਣੀ ਅੱਗ ਦੇ ਸੇਕ ਦੇ ਨਾਲ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ, ਤਾਂ ਉਹ ਪਾਣੀ ਵਾਸ਼ਪ ਦਾ ਰੂਪ ਹੋ ਜਾਂਦਾ ਹੈ। ਪਾਣੀ ਖਤਮ ਨਹੀਂ ਹੁੰਦਾ, ਪਾਣੀ ਹੀ ਵਾਸ਼ਪ ਬਣ ਗਿਆ, ਵਾਸ਼ਪ ਹੀ ਪਾਣੀ ਬਣ ਗਈ, ਪਾਣੀ ਹੀ ਬਰਫ਼ ਹੋ ਗਿਆ,
बर्फ ही पानी और पानी ही वाष्प हो गया, यानी एक पानी ही अनेकों रूपों के अंदर है। इसे तरह निराकार ही साकार होया है, निर्गुण ही सरगुण होया है। यह दिसता जगत उस मालिक का ही रूप है। तो वह प्रभु सत है, सदैव है, कदे उसका विनाश नहीं होना। ऐसे मालिक की समझ किवें पैंदी है, ऐसे प्रभु के अंदर अभेदता किवें हुंदी है। गुर प्रसाद, गुरु की कृपा दे नाल, गुरु की रहमत दे नाल, भाव गुरु के ज्ञान सदका, गुरु के दर्शाए मार्ग ते चल के, गुरु के ज्ञान मुताबिक जिंदगी जी के सर्व व्यापक प्रभु परमात्मा की समझ पैंदी है। तो ये समझ आ जाती है, तुद बिन दूजा ना ही कोई, तू करतार करें सो होए। भगत रविदास जी इस पावन शब्द के अंदर पहला बचन करते हैं, जब हम होते तब तू नाही, अब तू ही मैं नाही। जब का मतलब जिन्ना समा, जिन्ना चिर, हम का मतलब असी यानी होमे यानी आपा भाव, होते का मतलब हुंदे हाँ। तो गुरु जी कहते ने, हे माधो, हे प्रभु, जिन्ना चिर तक असां जीवां दे अंदर होमे टिकी रहिंदी है, मैं टिकी रहिंदी है, तुहाडे नालों अपनी वक्री होंद दा ख्याल टिकिया रहिंदा है, उन्ना चिर तुसी साडे अंदर प्रगट नहीं हुंदे। उन्ना चिर तुसी साडे अंदर प्रगट नहीं हुंदे। जब हम होते तब तू नाही, जदों मेरे अंदर मैं सी, यानी तेरे नालों अपनी होंद दा वखरा ख्याल सी, उदों तक मेरी सोच समझ दे अंदर तू नहीं सैं। पर अब तू ही मैं नाही, हुण जदों मेरी मैं खत्म हो गई है, तो हुण जगत दे अंदर तू ही दिस रहा है, मेरे अंदर तू प्रगट हो गया है। हुण मैं नहीं रहा, हुण तेरे नालों वखेवा नहीं रहा। एक बूंद समझदी रही सागर तो अपनी वखरी होंद, पर जदों बूंद सागर विच मिल गई तो हुण उहदी कोई वखरी होंद नहीं रही, वो केवल और केवल सागर का रूप हो गई। इस तरह जदों तक मनुखी मन के अंदर होमे है, रब दे नालों वखरी होने का ख्याल है, उदों तक ये अंदर रब नहीं। तो जदों तू आ जाना है, उदों मैं नहीं रहिंदा। कबीर तू तू करता तू हुआ, मुझ में रहा ना हूँ, जब आपा पर का मिट गया, जत देखो तत तू। हुण अगला बचन करते ने कि किवें है ये ख्याल, ये भरम किवें है। कहते ने, अनल अगम जैसे लहर मैं ओदद, जल केवल जल माही। इनू लहर मैं नहीं पढ़ना, मैं लहर मैं यानी लहर मई। तो गुरु जी कहते ने कि जिमें समुंदर दे अंदर पानी बिल्कुल शांत खड़ा है, पर जदों लहरां आउंदियां ने, हवा आउंदी है, अनल अगम का मतलब भारी हनेरी आउंदी है, ਤੇ ਭਾਰੀ ਹਨੇਰੀ ਦੇ ਕਾਰਨ ਸਮੁੰਦਰ ਲਹਿਰਮਈ ਹੋ ਜਾਂਦਾ ਹੈ, ਉਹਦੇ ਵਿੱਚ ਹਜ਼ਾਰਾਂ ਲਹਿਰਾਂ ਪੈਦਾ ਹੋ ਜਾਂਦੀਆਂ ਨੇ, ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਲਹਿਰਾਂ ਵੱਖਰੀਆਂ ਵੱਖਰੀਆਂ ਨੇ, ਲਹਿਰਾਂ ਵੱਖਰੀਆਂ ਵੱਖਰੀਆਂ ਨੇ, ਔਰ ਉਹਨਾਂ ਦਾ ਰੂਪ ਵੱਖਰਾ ਹੈ ਵੀ ਹੈ, ਇੱਕ ਨਾਲੋਂ ਦੂਜੀ ਲਹਿਰ ਵੱਖਰੀ ਦਿਸ ਰਹੀ ਹੈ, ਪਰ ਅਸਲ ਦੇ ਅੰਦਰ ਕੀ ਹੈ, ਜਲ ਕੇਵਲ ਜਲ ਮਾਹੀ। ਉਹ ਲਹਿਰਾਂ ਪਾਣੀ ਦਾ ਹੀ ਰੂਪ ਨੇ, ਪਾਣੀ ਨਾਲੋਂ ਉਹਨਾਂ ਦੀ ਕੋਈ ਵੱਖਰੀ ਹਸਤੀ ਨਹੀਂ ਹੈ। ਲਹਿਰ ਦੀ ਪਾਣੀ ਦੇ ਨਾਲੋਂ ਕੋਈ ਵੱਖਰੀ ਹਸਤੀ ਨਹੀਂ ਹੈ, ਲਹਿਰ ਪਾਣੀ ਹੀ ਹੈ, ਪਾਣੀ ਹੀ ਲਹਿਰ ਹੋ ਗਿਆ ਹੈ। ਇਸੇ ਤਰ੍ਹਾਂ ਹੈ ਮਾਲਕ, ਤੂੰ ਇੱਕ ਜ਼ਿੰਦਗੀ ਦਾ ਦਰਿਆ ਹੈ, ਤੇ ਜੀਵ ਜੰਤ ਮਨੁੱਖ ਮਾਤਰ, ਇਹ ਖੰਡ ਮੰਡਲ ਬ੍ਰਹਿਮੰਡ ਗ੍ਰਹਿ ਨਕਸ਼ਤਰ ਤਾਰੇ, ਇਹ ਸਭ ਤੇਰੀਆਂ ਲਹਿਰਾਂ ਨੇ, ਤੇਰੀਆਂ ਬੂੰਦਾਂ ਨੇ, ਤੇਰੇ ਬੁਲਬੁਲੇ ਨੇ, ਤੇਰੇ ਤੋਂ ਵੱਖਰਾ ਕੁਛ ਨਹੀਂ ਹੈ। ਸਾਨੂੰ ਵੱਖਰਾ ਪ੍ਰਤੀਤ ਹੁੰਦਾ ਹੈ ਜਿਵੇਂ ਲਹਿਰਾਂ ਪਾਣੀ ਤੋਂ ਵੱਖਰੀਆਂ ਭਾਸਦੀਆਂ ਨੇ, ਪਰ ਅਸਲ ਵਿੱਚ ਉਹ ਪਾਣੀ ਹੀ ਹੁੰਦਾ ਹੈ। ਇਸੇ ਤਰ੍ਹਾਂ ਮਾਲਕ, ਇਹ ਦਿਸਦਾ ਸੰਸਾਰ ਤੇਰਾ ਹੀ ਰੂਪ ਹੈ, ਸਾਨੂੰ ਹੀ ਵੱਖਰਾ ਪ੍ਰਤੀਤ ਹੋ ਰਿਹਾ ਹੈ। ਇਹ ਸਾਡਾ ਹੀ ਇੱਕ ਭਰਮ ਹੈ, ਇਹ ਸਾਡਾ ਹੀ ਇੱਕ ਭੁਲੇਖਾ ਹੈ। ਅਗਲਾ ਬਚਨ ਕਰਦੇ ਨੇ, ਮਾਧਵੇ ਕਿਆ ਕਹੀਐ ਭਰਮ ਐਸਾ, ਕਿ हे स्वामी मैं की आखां कि एक ऐसा भुलेखा है, एक ऐसा भुलेखा है। यानी सानू जीवां नू कुछ ऐसा भुलेखा पिया होया है कि इस भुलेखे नू असीं बयान नहीं कर पा रहे। असीं तेरे नालों अपने आप नू वखरा समझ रहे हाँ, इस संसार नू तेरे नालों वखरा समझ रहे हाँ। ये साडा एक भुलेखा है।
ਜੈਸਾ ਜਾਣੀਐ ਹੋਏ ਨਾ ਤੈਸਾ। ਜਿਹੋ ਜਿਹਾ ਅਸੀਂ ਸਮਝ ਰਹੇ ਹਾਂ, ਅਸਲ ਦੇ ਅੰਦਰ ਇਹ ਵੈਸਾ ਹੈ ਨਹੀਂ ਹੈ। ਅਸੀਂ ਮੰਨੇ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰਾ ਰੂਪ ਹੈ, ਜਗਤ ਤੇਰੇ ਨਾਲੋਂ ਕੋਈ ਵੱਖਰੀ ਸ਼ੈ ਹੈ ਤੇ ਤੂੰ ਵੱਖਰਾ ਹੈ। ਜੈਸਾ ਅਸੀਂ ਮੰਨ ਰਹੇ ਹਾਂ, ਭਗਤ ਰਵਿਦਾਸ ਜੀ ਕਹਿੰਦੇ ਨੇ, ਵੈਸਾ ਹੈ ਨਹੀਂ। ਜਗਤ ਤੇਰੇ ਨਾਲੋਂ ਵੱਖਰਾ ਨਹੀਂ ਹੈ। ਤੂੰ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਤੂੰ ਆਪ ਹੀ ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ। ਅਵਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਅਵਿਅਕਤ ਪ੍ਰਭੂ ਪਰਮਾਤਮਾ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਜਿਵੇਂ ਸਮੁੰਦਰ ਦੀਆਂ ਲਹਿਰਾਂ ਅਨੇਕਾਂ ਨੇ, ਲੇਕਿਨ ਅਸਲ ਵਿੱਚ ਉਹ ਪਾਣੀ ਦਾ ਰੂਪ ਹੈ। ਸਾਡਾ ਉਹ ਭੁਲੇਖਾ ਹੈ ਕਿ ਉਹ ਵੱਖਰੀਆਂ ਨੇ, ਹੈ ਪਾਣੀ ਦਾ ਹੀ ਰੂਪ। ਇਸੇ ਤਰ੍ਹਾਂ ਹੀ ਮਾਲਕ ਜੀ, ਸਾਡਾ ਵੀ ਇੱਕ ਭੁਲੇਖਾ ਹੈ ਕਿ ਇਹ ਸੰਸਾਰ ਤੇਰੇ ਤੋਂ ਵੱਖਰਾ ਹੈ, ਪਰ ਤੇਰੇ ਤੋਂ ਵੱਖਰਾ ਨਹੀਂ। ਤੂੰ ਆਪ ਹੀ ਸੰਸਾਰ ਰੂਪ ਹੋ ਗਿਆ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਅਗਲਾ ਬਚਨ ਕਰਦੇ ਨੇ, ਇਹ ਭੁਲੇਖਾ ਕੈਸਾ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਜਿਵੇਂ ਕੋਈ ਰਾਜਾ ਆਪਣੇ ਤਖਤ ਉੱਤੇ ਸੌਂ ਜਾਏ ਤੇ ਤਖਤ ਦੇ ਉੱਤੇ ਬੈਠੇ ਹੋਏ ਨੂੰ, ਸੁੱਤੇ ਹੋਏ ਨੂੰ ਇੱਕ ਸੁਪਨਾ ਆਵੇ ਔਰ ਉਹ ਸੁਪਨੇ ਦੇ ਅੰਦਰ ਭਿਖਾਰੀ ਬਣ ਜਾਏ। ਰਾਜ ਸਿੰਘਾਸਨ ਦੇ ਉੱਤੇ ਰਾਜਾ ਸੌਂ ਗਿਆ, ਸੁਪਨਾ ਆਇਆ ਹੈ ਨੀਂਦ ਵਿੱਚ, ਤੇ ਸੁਪਨੇ ਦੇ ਅੰਦਰ ਉਹ ਭਿਖਾਰੀ ਬਣ ਗਿਆ ਹੈ। ਦਰ-ਦਰ ਦੇ ਉੱਤੇ ਭੀਖ ਮੰਗਦਾ ਹੈ। ਉਹਨੂੰ ਲੋਕ ਝਿੜਕ ਰਹੇ ਨੇ, ਉਹਨੂੰ ਲੋਕ ਫਿਟਕਾਰਾਂ ਪਾ ਰਹੇ ਨੇ, ਉਹ ਦੁਖੀ ਹੋ ਰਿਹਾ ਹੈ। ਪਰ ਗੁਰੂ ਜੀ ਕਹਿੰਦੇ ਨੇ, ਅਛਤ ਰਾਜ ਵਿਛੁਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਅਛਤ ਦਾ ਮਤਲਬ ਹੁੰਦਿਆਂ ਸੁੰਦਿਆਂ, ਰਾਜ ਦੇ ਹੁੰਦਿਆਂ ਸੁੰਦਿਆਂ ਸੁਪਨੇ ਵਿੱਚ ਰਾਜ ਤੋਂ ਵਿਛੁੜ ਕੇ ਉਹ ਦੁਖੀ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਮਾਲਕ, ਅਸੀਂ ਅਗਿਆਨਤਾ ਦੇ ਕਾਰਨ ਤੁਹਾਡੇ ਤੋਂ ਵਿਛੁੜ ਕੇ ਆਪਣੇ ਅੰਦਰ ਇਹ ਭਰਮ ਪੈਦਾ ਕਰਕੇ ਤੇ ਅਸੀਂ ਵੀ ਦੁਖੀ ਹੋ ਰਹੇ ਹਾਂ। ਤੇ ਜਦੋਂ ਉਸ ਦੀ ਜਾਗ ਖੁੱਲੇਗੀ ਨਾ ਬਾਦਸ਼ਾਹ ਦੀ, ਉਹਦਾ ਭੁਲੇਖਾ ਦੂਰ ਹੋ ਜਾਏਗਾ ਕਿ ਮੈਂ ਇੱਥੇ ਬਾਦਸ਼ਾਹ ਹਾਂ, ਮੈਂ ਭਿਖਾਰੀ ਥੋੜ੍ਹੀ ਹਾਂ, ਮੈਂ ਰਾਜ ਸਿੰਘਾਸਨ ਤੇ ਬੈਠਾ ਹੋਇਆ ਹਾਂ। ਹੁਣ ਨੀਂਦ ਦੇ ਕਾਰਨ, ਸੁਪਨੇ ਦੇ ਕਾਰਨ ਉਹ ਆਪਣੇ ਆਪ ਨੂੰ ਵੱਖਰਾ ਸਮਝ ਕੇ ਦੁਖੀ ਹੋ ਰਿਹਾ ਹੈ। ਇਸੇ ਤਰ੍ਹਾਂ ਮਨੁੱਖ ਅਗਿਆਨਤਾ ਦੇ ਕਾਰਨ ਰੱਬ ਨਾਲੋਂ ਟੁੱਟ ਕੇ, ਰੱਬੀ ਗੁਣਾਂ ਨਾਲੋਂ ਟੁੱਟ ਕੇ, ਰੱਬੀ ਰਜਾ ਭਾਣੇ ਨਾਲੋਂ ਟੁੱਟ ਕੇ, ਉਸ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝ ਕੇ ਦੁਖੀ ਹੋ ਰਿਹਾ ਹੈ। ਤੇ ਜੇ ਇਹ ਆਪਣੀ ਸੁਰਤ ਨੂੰ ਰੱਬੀ ਰਜਾ ਦੇ ਅੰਦਰ ਮਿਲਾਈ ਰੱਖੇ, ਰੱਬੀ ਗੁਣਾਂ ਦੇ ਨਾਲ ਜੁੜਿਆ ਰਹੇ, ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਦਾ ਇਹ ਧਾਰਨੀ ਰਹੇ, ਤਾਂ ਫਿਰ ਇਹ ਦੁਖੀ ਨਹੀਂ ਹੋਵੇਗਾ। ਕਿਉਂਕਿ ਹਰ ਜੀਵ ਉਸ ਪ੍ਰਭੂ ਦਾ ਹੀ ਰੂਪ ਹੈ, ਜੋ ਦਿਸੈ ਸੋ ਤੇਰਾ ਰੂਪ। ਤਾਂ ਇੱਥੇ ਸਾਨੂੰ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਜਿਵੇਂ ਰਾਜਾ ਰਾਜ ਦੇ ਹੁੰਦਿਆਂ ਵੀ ਸੁਪਨੇ ਵਿੱਚ ਦੁਖੀ ਹੈ, ਇਸੇ ਤਰ੍ਹਾਂ ਅਸੀਂ ਵੀ ਇੱਕ ਭੁਲੇਖੇ ਕਰਕੇ ਸੱਚ ਨਾਲੋਂ, ਗੁਣਾਂ ਨਾਲੋਂ, ਪ੍ਰਭੂ ਨਾਲੋਂ ਟੁੱਟ ਕੇ ਆਪਣੀ ਇੱਕ ਵੱਖਰੀ ਹਸਤੀ ਕਾਇਮ ਕਰਕੇ ਮੈਂ ਔਰ ਮੇਰੀ ਦੇ ਕਾਰਨ ਦੁਖੀ ਹਾਂ। ਅਗਲਾ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ ਕਿ ਇਹ ਸੰਸਾਰ ਰੱਬ ਦਾ ਰੂਪ ਕਿਵੇਂ ਹੈ ਔਰ ਅਸੀਂ ਕਿਵੇਂ ਇਹਨੂੰ ਅਲੱਗ ਸਮਝੀ ਬੈਠੇ ਹਾਂ, ਉਹ ਭਰਮ ਭੁਲੇਖਾ ਕਿਵੇਂ ਪੈ ਜਾਂਦਾ ਹੈ। ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਨੇ, ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਰਾਜ ਦਾ ਮਤਲਬ ਹੈ ਰੱਜੂ ਯਾਨੀ ਰੱਸੀ, ਭੁਯੰਗ ਦਾ ਮਤਲਬ ਸੱਪ, ਪ੍ਰਸੰਗ ਦਾ ਮਤਲਬ ਵਾਰਤਾ, ਕਹਾਣੀ, ਦ੍ਰਿਸ਼ਟਾਂਤ, ਤੇ ਮਰਮ ਦਾ ਮਤਲਬ ਹੈ ਭੇਤ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਜਿਵੇਂ ਰੱਸੀ ਔਰ ਸੱਪ ਦਾ ਦ੍ਰਿਸ਼ਟਾਂਤ ਹੈ। ਅਬ ਕਛ ਮਰਮ ਜਨਾਇਆ, ਹੈ ਪ੍ਰਭੂ ਹੁਣ ਮੈਨੂੰ ਕੁਝ ਸਮਝ ਆਈ ਹੈ। ਰੱਸੀ ਔਰ ਸੱਪ ਦਾ ਦ੍ਰਿਸ਼ਟਾਂਤ ਕਿਵੇਂ? ਜਿਵੇਂ ਹਨੇਰੇ ਦੇ ਅੰਦਰ ਸਾਡੇ ਆਪਣੇ ਘਰ ਵਿੱਚ ਆਪਣੀ ਹੀ ਕੋਈ ਰੱਸੀ ਪਈ ਹੋਵੇ ਤੇ ਹਨੇਰੇ ਦੇ ਕਾਰਨ ਭੁਲੇਖੇ ਨਾਲ ਸਾਨੂੰ ਸੱਪ ਦਿਸਦੀ ਹੈ ਕਿ ਇਹ ਸੱਪ ਹੈ, ਭੁਲੇਖਾ ਪੈ ਜਾਏ ਕਿ ਇਹ ਸੱਪ ਹੈ ਤੇ ਬੰਦਾ ਸੱਪ ਤੋਂ ਡਰਦਾ ਹੈ, ਬੰਦੇ ਦਾ ਤਰਾਹ ਨਿਕਲ ਜਾਂਦਾ ਹੈ, ਬੰਦਾ ਡਰ ਕੇ ਪਰੇ ਜਾ ਪੈਂਦਾ ਹੈ, ਇਹਦਾ BP ਵੱਧ ਜਾਂਦਾ ਹੈ, ਭੈ ਇਹਦੇ ਅੰਦਰ ਪੈਦਾ ਹੋ ਜਾਂਦਾ ਹੈ, ਬੰਦੇ ਨੂੰ ਸਾਹ ਚੜ ਜਾਂਦੇ ਨੇ, ਸਾਹ ਉਖੜ ਜਾਂਦੇ ਨੇ। ਕਿਉਂ? ਕਿਉਂਕਿ ਉਹਨੂੰ ਰੱਸੀ ਸੱਪ ਦਿਸ ਰਹੀ ਹੈ ਕਿ ਸੱਪ ਹੈ।
ਭਰਮ ਪੈ ਗਿਆ ਨਾ, ਸੱਪ ਹੈ ਨਹੀਂ ਪਰ ਸੱਪ ਦਾ ਭਰਮ ਪੈਦਾ ਹੋ ਗਿਆ, ਇਸ ਲਈ ਡਰ ਪੈਦਾ ਹੋ ਗਿਆ ਕਿਉਂਕਿ ਅੰਦਰ ਭਰਮ ਹੈ। ਪਰ ਜਦੋਂ ਲਾਈਟ ਦੇ ਨਾਲ ਦੇਖਿਆ ਤੇ ਉਹ ਰੱਸੀ ਸੀ, ਉਹ ਭਰਮ ਨਿਕਲ ਗਿਆ, ਅਗਿਆਨਤਾ ਦੀ ਸਮਝ ਆ ਗਈ ਕਿ ਇਹ ਮੇਰਾ ਭਰਮ ਸੀ। ਯਾਨੀ ਰੱਸੀ ਦੇ ਅੰਦਰ ਸੱਪ ਦਾ ਭੁਲੇਖਾ ਪੈਦਾ ਹੋ ਸਕਦਾ ਹੈ, ਤੇ ਜਦੋਂ ਉਹ ਭੁਲੇਖਾ ਦੂਰ ਹੋ ਜਾਏ ਸਮਝ ਪੈ ਜਾਂਦੀ ਹੈ। ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਮਾਲਕ, ਜਿਵੇਂ ਰੱਸੀ ਨੂੰ ਸੱਪ ਸਮਝ ਬਈਦਾ ਨਾ ਭੁਲੇਖੇ ਦੇ ਕਾਰਨ, ਪਰ ਰੱਸੀ ਦੇ ਅੰਦਰ ਸੱਪ ਹੈ ਨਹੀਂ। ਹੁਣ ਉਹ ਸੱਪ ਕਿੱਧਰ ਗਿਆ? ਕਿਉਂਕਿ ਭੁਲੇਖਾ ਸੀ ਉਹ ਖਤਮ ਹੋ ਗਿਆ, ਲੀਨ ਹੋ ਗਿਆ ਰੱਸੀ ਦੇ ਵਿੱਚ ਹੀ, ਰੱਸੀ ਰਹਿ ਗਈ। ਇਸੇ ਤਰ੍ਹਾਂ ਇਹ ਜਗਤ, ਅਸੀਂ ਇਹਨੂੰ ਤੇਰੇ ਨਾਲੋਂ ਵੱਖਰਾ ਸਮਝ ਰਹੇ ਹਾਂ, ਇਹਨੂੰ ਡਰਾਵਨਾ ਸਮਝ ਰਹੇ ਹਾਂ। ਅਸਲ ਦੇ ਅੰਦਰ ਇਹ ਸਾਡੀ ਅਗਿਆਨਤਾ ਹੈ, ਇਹ ਸਾਡਾ ਇੱਕ ਭਰਮ ਹੈ। ਮਾਲਕ ਤੇਰੇ ਤੋਂ ਵੱਖਰਾ ਕੁਝ ਵੀ ਨਹੀਂ ਹੈ। ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਨੇ, ਅਨੇਕ ਕਟਕ ਜੈਸੇ ਭੂਲ ਭਰੇ, ਅਬ ਕਹਿਤੇ ਕਹਿਨ ਨਾ ਆਇਆ। ਕਟਕ ਦਾ ਮਤਲਬ ਕੜੇ, ਭੂਲ ਭਰੇ ਦਾ ਮਤਲਬ ਭੁਲੇਖਾ ਪੈ ਜਾਂਦਾ ਹੈ, ਕਹਿਤੇ ਦਾ ਮਤਲਬ ਆਖਦਿਆਂ। ਅਨੇਕ ਕਟਕ ਜੈਸੇ ਭੂਲ ਭਰੇ, ਜਿਵੇਂ ਸੋਨੇ ਦੇ ਬਹੁਤ ਸਾਰੇ ਗਹਿਣੇ ਬਣੇ ਹੋਣ, ਕੜੇ ਬਣੇ ਹੋਣ, ਤੇ ਉਹਨਾਂ ਕੜਿਆਂ ਨੂੰ ਵੇਖ ਕੇ ਬੰਦੇ ਨੂੰ ਇਹ ਭੁਲੇਖਾ ਪੈ ਜਾਏ ਕਿ ਸੋਨਾ ਵੀ ਕਈ ਤਰ੍ਹਾਂ ਦਾ ਹੈ। ਮੰਨ ਲਓ 50 ਕੜੇ ਬਣੇ ਨੇ ਸੋਨੇ ਦੇ, ਤੇ ਕੋਈ ਕਵੇ ਕਿ ਸੋਨਾ ਵੀ 50 ਕਿਸਮ ਦਾ ਹੈ, ਸੋਨਾ ਵੀ 50 ਕਿਸਮ ਦਾ ਹੈ, ਤਾਂ ਸੋਨਾ 50 ਕਿਸਮ ਦਾ ਥੋੜਾ ਹੁੰਦਾ ਹੈ। ਸੋਨਾ ਤਾਂ ਸਿਰਫ ਸੋਨਾ ਹੈ, ਤੇ ਉਹ 50 ਕੜਿਆਂ ਦੇ ਅੰਦਰ ਸੋਨਾ ਇੱਕੋ ਹੀ ਹੈ। ਉਹ ਕੜੇ ਸੋਨੇ ਦਾ ਹੀ ਰੂਪ ਨੇ, ਸਿਰਫ ਆਕਾਰ ਦੀ ਉਪਾਧੀ ਕਰਕੇ ਵਖੇਵਾ ਨਜ਼ਰੀ ਪੈ ਰਿਹਾ ਹੈ। ਤੇ ਉਸ ਆਕਾਰ ਦੀ ਉਪਾਧੀ ਦੇ ਵਖੇਵੇਂ ਕਰਕੇ ਕੋਈ ਸੋਨੇ ਨੂੰ ਹੀ 50 ਕਿਸਮ ਦਾ ਸਮਝ ਲਵੇ ਤਾਂ ਉਹ ਉਹਦੀ ਗਲਤੀ ਹੋਏਗੀ। ਇਸੇ ਤਰ੍ਹਾਂ ਹੀ ਮਾਲਕ ਜੀ, ਜਿੰਨੇ ਵੀ ਆ ਜੀਵ ਜੰਤ ਨੇ, ਇਹਨਾਂ ਨੂੰ ਵੱਖਰੇ ਵੱਖਰੇ ਇਹਨਾਂ ਦੇ ਰੂਪ, ਰੰਗ, ਆਕਾਰ ਵੇਖ ਕੇ ਤੇ ਭੁਲੇਖਾ ਪੈਂਦਾ ਕਿ ਸ਼ਾਇਦ ਇਹ ਜੀਵ ਵੀ ਇੰਨੇ ਤਰ੍ਹਾਂ ਦੇ ਨੇ, ਰੱਬ ਵੀ ਇੰਨੇ ਤਰ੍ਹਾਂ ਦਾ ਹੈ, ਇਹ ਵਖੇਵਾ। ਲੇਕਿਨ ਐਸਾ ਨਹੀਂ ਹੈ ਮਾਲਕ, ਇਹਨਾਂ ਸਾਰਿਆਂ ਦੇ ਅੰਦਰ ਤੂੰ ਹੀ ਹੈ, ਇਹ ਸਾਰੇ ਤੇਰਾ ਹੀ ਰੂਪ ਨੇ, ਇਹਨਾਂ ਦੇ ਅੰਦਰ ਤੂੰ ਹੀ ਹੈ, ਤੇਰੇ ਤੋਂ ਇਲਾਵਾ ਕੁਛ ਨਹੀਂ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤਾਂ ਗੁਰੂ ਜੀ ਕਹਿੰਦੇ ਨੇ ਅਬ ਕਹਿਤੇ ਕਹਿਣ ਨਾ ਆਇਆ। ਹੁਣ ਸਮਝ ਪੈ ਗਈ ਕਿ ਕੜਿਆਂ ਦੇ ਵਖੇਵੇਂ ਕਰਕੇ ਸੋਨਾ ਕਈ ਕਿਸਮ ਦਾ ਨਹੀਂ ਹੁੰਦਾ। ਇਸੇ ਤਰ੍ਹਾਂ ਸਾਡੇ ਆਕਾਰ, ਰੂਪ, ਰੇਖ, ਰੰਗ ਕਰਕੇ ਰੱਬ ਅਨੇਕਾਂ ਤਰ੍ਹਾਂ ਦਾ ਨਹੀਂ ਹੁੰਦਾ। ਉਹ ਇੱਕ ਹੀ ਅਨੇਕਾਂ ਦੇ ਅੰਦਰ ਬਣਿਆ ਹੋਇਆ ਹੈ। ਇੱਕ ਹੀ ਸੋਨਾ 50 ਕੜੇ ਬਣ ਗਿਆ ਹੈ। ਇੱਕ ਰੱਬ ਹੀ ਅਨੇਕਾਂ ਜੀਵਾਂ ਦੇ ਰੂਪ ਦੇ ਅੰਦਰ ਪਸਰਿਆ ਹੋਇਆ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੁਗਵੈ ਸੋਈ। ਸਰਬੇ ਦਾ ਮਤਲਬ ਸਾਰਿਆਂ ਵਿੱਚ, ਅਨੇਕੇ ਦਾ ਮਤਲਬ ਅਨੇਕ ਰੂਪ ਹੋ ਕੇ, ਇੱਕ ਦਾ ਮਤਲਬ ਇੱਕ। ਉਹ ਪ੍ਰਭੂ ਸਾਰਿਆਂ ਦੇ ਅੰਦਰ ਅਨੇਕਾਂ ਰੂਪ ਬਣ ਕੇ ਸਾਰਿਆਂ ਦੇ ਅੰਦਰ ਆਪ ਇੱਕ ਹੀ ਸਮਾਇਆ ਹੋਇਆ ਹੈ। ਸਾਰੇ ਕੜੇ ਸੋਨੇ ਦਾ ਹੀ ਰੂਪ ਨੇ, ਇਸੇ ਤਰ੍ਹਾਂ ਸਾਰੇ ਜੀਵ ਰੱਬ ਦਾ ਹੀ ਰੂਪ ਨੇ। ਉਹ ਇੱਕ ਹੀ ਅਨੇਕ ਹੋ ਗਿਆ ਹੈ। ਸਭ ਕਟ ਭੁਗਵੈ ਸੋਈ, ਉਹ ਸਭ ਦੇ ਅੰਦਰ ਜਗਤ ਦੇ ਰੰਗ ਮਾਣ ਰਿਹਾ ਹੈ, ਉਹਦੀ ਹੀ ਸੱਤਿਆ ਹੈ, ਉਹੀ ਸਾਰਿਆਂ ਦੇ ਅੰਦਰ ਹੈ, ਉਹਦੇ ਤੋਂ ਵੱਖਰਾ ਕੁਛ ਵੀ ਨਹੀਂ ਹੈ। ਹੁਣ ਅਗਲਾ ਬਚਨ ਕਰਦੇ ਨੇ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋਈ। ਹਾਥ ਪੈ ਦਾ ਮਤਲਬ ਤੂੰ। ਸਾਡੇ ਨਜ਼ਦੀਕ ਸਭ ਤੋਂ ਜ਼ਿਆਦਾ ਕੌਣ ਹੈ? ਸਾਡਾ ਹੱਥ। ਸਿਰ ਦੁਖਦਾ ਹੈ, ਹੱਥ ਸਿਰ ਤੇ ਚਲਾ ਜਾਂਦਾ ਹੈ। ਪਿਆਸ ਲੱਗਦੀ ਹੈ, ਅਸੀਂ ਹੱਥ ਦੇ ਨਾਲ ਪਾਣੀ ਫੜ ਕੇ ਪੀਂਦੇ ਹਾਂ। ਗੋਡਾ ਦੁਖਦਾ ਹੈ, ਹੱਥ ਗੋਡੇ ਤੇ ਚਲਾ ਜਾਂਦਾ ਹੈ। ਯਾਨੀ ਸਭ ਤੋਂ ਨਜ਼ਦੀਕ ਸਾਡਾ ਹੱਥ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਪ੍ਰਭੂ ਤੂੰ ਤੇ ਹੱਥ ਤੋਂ ਵੀ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਹੱਥ ਨਾਲੋਂ ਵੀ ਨੇੜੇ ਹੈ। ਜੇ ਤੂੰ ਨਾ ਹੋਵੇਂ ਤੇ ਹੱਥ ਹਿੱਲ ਹੀ ਨਹੀਂ ਸਕਦਾ। ਸਹਿਜੇ ਹੋਏ ਸੋਈ, ਸਹਿਜੇ ਦਾ ਮਤਲਬ ਸੁਤੇ ਹੀ ਉਹਦੀ ਰਜ਼ਾ ਦੇ ਅੰਦਰ, ਜਗਤ ਦੇ ਅੰਦਰ ਜੋ ਕੁਛ ਵੀ ਹੋ ਰਿਹਾ ਹੈ, ਸਹਿਜੇ ਦਾ ਮਤਲਬ ਰੱਬ ਦੀ ਰਜ਼ਾ ਦੇ ਅੰਦਰ ਹੋ ਰਿਹਾ ਹੈ, ਭਾਣੇ ਵਿੱਚ ਹੋ ਰਿਹਾ ਹੈ। ਰਜ਼ਾ ਔਰ ਭਾਣੇ ਦਾ ਮਤਲਬ ਲਾ ਆਫ ਨੇਚਰ, ਕੁਦਰਤ ਦੇ ਜੋ ਨਿਯਮ ਨੇ, ਜੋ ਨਿਯਮਾਵਲੀ ਹੈ ਪ੍ਰਭੂ ਤੇਰੀ, ਇਸ ਨਿਯਮਾਵਲੀ ਦੇ ਅੰਦਰ ਸਾਰਾ ਕੁਛ ਹੋ ਰਿਹਾ ਹੈ। ਔਰ ਤੂੰ ਹਰ ਜੀਵ ਦੇ ਬਿਲਕੁਲ ਨਜ਼ਦੀਕ ਹੈ ਤੇ ਹਰ ਜੀਵ ਤੇਰਾ ਹੀ ਰੂਪ ਹੈ।
ਇਸ ਚੀਜ਼ ਨੂੰ ਇੱਕ ਨਿੱਕੀ ਜੀ ਕਹਾਣੀ ਦੇ ਨਾਲ ਅਸੀਂ ਸਮਝਣ ਦਾ ਯਤਨ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਸਾਨੂੰ ਰੱਬ ਦੇ ਦਰਸ਼ਨ ਨਹੀਂ ਹੁੰਦੇ। ਅਸਲ ਦੇ ਅੰਦਰ ਹਰ ਇਨਸਾਨ ਨੂੰ ਹਰ ਵਕਤ ਰੱਬ ਦੇ ਦਰਸ਼ਨ ਹੋ ਰਹੇ ਹਨ, ਪਰ ਸਾਨੂੰ ਰੱਬ ਦੀ ਪਹਿਚਾਨ ਨਹੀਂ ਹੈ। ਸਾਡੇ ਅੰਦਰ ਭਰਮ ਔਰ ਭੁਲੇਖੇ ਪੈਦਾ ਹੋ ਗਏ ਨੇ। ਕਿਸੇ ਨੂੰ ਵੇਖਣਾ ਹੀ ਕਾਫੀ ਨਹੀਂ, ਉਹਦੀ ਪਹਿਚਾਨ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਚੀਜ਼ ਨੂੰ ਇਸ ਕਹਾਣੀ ਨਾਲ ਸਮਝਣ ਦਾ ਯਤਨ ਕਰਦੇ ਹਾਂ। ਕਹਿੰਦੇ ਨੇ ਇੱਕ ਦੇਸ਼ ਉੱਤੇ ਦੂਜੇ ਦੇਸ਼ ਤੇ ਬਾਦਸ਼ਾਹ ਨੇ ਹਮਲਾ ਕੀਤਾ, ਬਹੁਤ ਜਨਤਾ ਦਾ ਕਤਲਾਮ ਕੀਤਾ ਗਿਆ। ਮੈਂ ਵਿਸਥਾਰ ਵਿੱਚ ਨਾ ਜਾਵਾਂ। ਇੱਕ ਪਿੰਡ ਦੇ ਉੱਤੇ ਹਮਲਾ ਕੀਤਾ ਫੌਜਾਂ ਨੇ। ਉਸ ਪਿੰਡ ਦੇ ਲੋਕਾਂ ਨੂੰ ਮਾਰਿਆ, ਵੱਢਿਆ, ਕੱਟਿਆ। ਕੁਛ ਲੋਕ ਦੌੜ ਕੇ ਬਚ ਗਏ, ਕੁਛ ਲੋਕ ਮਾਰੇ ਗਏ, ਕੁਛ ਲੋਕ ਕੈਦ ਕਰ ਲਏ ਗਏ। ਪਿੰਡ ਨੂੰ ਉਜਾੜ ਦਿੱਤਾ ਗਿਆ। ਇਸ ਪਿੰਡ ਦੇ ਅੰਦਰ ਇੱਕ ਸ਼ਾਹੂਕਾਰ ਔਰ ਉਸਦੀ ਘਰਵਾਲੀ ਨੂੰ ਕੈਦ ਕਰ ਲਿਆ ਗਿਆ। ਬਹੁਤ ਲੋਕਾਂ ਦੇ ਬੱਚੇ ਮਾਰੇ ਗਏ, ਕੁਛ ਲੋਕਾਂ ਦੇ ਮਾਂ-ਬਾਪ ਮਾਰੇ ਗਏ, ਕੁਛ ਲੋਕ ਕੈਦ ਕੀਤੇ ਗਏ। ਇਸ ਸ਼ਾਹੂਕਾਰ ਨੂੰ ਵੀ ਕੈਦ ਕੀਤਾ। 20 ਸਾਲ ਬਾਅਦ ਇਹਨਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਤੋਂ ਛੱਡ ਦਿੱਤਾ ਗਿਆ। ਇਹ ਰੁਲਦੇ ਖੁਲਦੇ ਕਿਸੇ ਤਰ੍ਹਾਂ ਆਪਣੇ ਨਗਰ ਪਹੁੰਚੇ। ਆਣ ਕੇ ਵੇਖਿਆ ਕਿ ਉਹ ਪਹਿਲਾ ਪਿੰਡ ਸਭ ਬਰਬਾਦ ਹੋ ਚੁੱਕਾ ਹੈ। ਇੱਥੇ ਨਵੇਂ ਲੋਕ ਆ ਕੇ ਵਸ ਚੁੱਕੇ ਨੇ, ਪਿਛਲਾ ਕੋਈ ਬੰਦਾ ਇੱਥੇ ਨਜ਼ਰੀ ਨਹੀਂ ਪਿਆ। ਆਪਣੇ ਘਰ ਵੱਲ ਗਏ ਤਾਂ ਉੱਥੇ ਕੋਈ ਹੋਰ ਵਸਦਾ ਸੀ, ਉਹਨਾਂ ਨੇ ਵੜਨ ਨਹੀਂ ਦਿੱਤਾ। ਆਪਣੇ ਬੱਚੇ ਬਾਰੇ ਪੁੱਛਿਆ, ਉਹਨਾਂ ਨੇ ਕੋਈ ਖਬਰ ਨਹੀਂ ਦਿੱਤੀ। ਕੁਦਰਤੀ ਉਸ ਪਿੰਡ ਦੇ ਅੰਦਰ ਇੱਕ ਬੰਦਾ ਇਹਨਾਂ ਨੂੰ ਮਿਲ ਗਿਆ ਜੋ ਕਿ ਉਸ ਵਕਤ ਦਾ ਵਸਿੰਦਾ ਸੀ। ਇਹ ਉਸ ਬੰਦੇ ਨੂੰ ਮਿਲੇ, ਦੋਵੇਂ ਮਿਲ ਕੇ ਬਹੁਤ ਅਫਸੋਸ ਕੀਤਾ, ਰੋਏ ਕਲਪੇ। ਉਸਨੇ ਪਿੰਡ ਦੀ ਸਾਰੀ ਵਾਰਤਾ ਦੱਸੀ ਤੇ ਸ਼ਾਹੂਕਾਰ ਨੇ ਪੁੱਛਿਆ ਵੀ ਸੱਜਣਾ, ਸਾਡਾ 12-14 ਸਾਲ ਦਾ ਬੱਚਾ ਸੀ, ਉਹਦੇ ਬਾਰੇ ਤੈਨੂੰ ਕੋਈ ਪਤਾ ਹੋਏ? ਤਾਂ ਇਸ ਨਗਰ ਨਿਵਾਸੀ ਨੇ ਦੱਸਿਆ ਕਿ ਸੱਜਣਾ, ਤੁਹਾਡਾ ਬੱਚਾ ਕਤਲ ਕਰ ਦਿੱਤਾ ਗਿਆ ਸੀ, ਮਾਰਿਆ ਗਿਆ ਸੀ। ਇਸ ਪਿੰਡ ਦੇ ਵਿੱਚ ਕੋਈ ਨਹੀਂ ਸੀ ਬਚਿਆ, ਮੈਂ ਆਪ ਉਹਨੂੰ ਮਰਦਿਆਂ ਵੇਖਿਆ ਹੈ। ਇਹ ਫਿਰ ਰੋਏ ਔਰ ਕਲਪੇ। ਆਖਿਰ ਇਹ ਬਜ਼ੁਰਗ ਹੋ ਗਏ ਸਨ। ਪਿੰਡਾਂ ਸ਼ਹਿਰਾਂ ਵਿੱਚ ਇਹ ਜਾਣ ਲੱਗੇ ਸਾਨੂੰ ਕੋਈ ਨੌਕਰ ਰੱਖ ਲਵੇ। ਕੋਈ ਇਸ ਪਿੰਡ ਤੋਂ 20 ਕਿਲੋਮੀਟਰ ਦੂਰ ਸ਼ਹਿਰ ਵਿੱਚ ਪਹੁੰਚੇ। ਕਿਸੇ ਸ਼ਾਹੂਕਾਰ ਦਾ ਦਰਵਾਜ਼ਾ ਖਟਖਟਾਇਆ ਤੇ ਕਹਿਣ ਲੱਗੇ ਵੀ ਸਾਨੂੰ ਨੌਕਰ ਰੱਖ ਲੈ। ਸ਼ਾਹੂਕਾਰ ਨੂੰ ਦਇਆ ਆ ਗਈ, ਪਰ ਕਹਿਣ ਲੱਗਾ ਵੀ ਬਜ਼ੁਰਗੋ, ਤੁਸੀਂ ਗੋਹਾ ਕੂੜਾ ਕਰ ਲੋਗੇ, ਝਾੜੂ ਬਹਾਰੀ ਦੇ ਲੋਗੇ, ਬਰਤਨ ਮਾਂਜ ਲੋਗੇ। ਹੁਣ ਮਰਦਾ ਕੀ ਨਹੀਂ ਕਰਦਾ? ਇਹਨਾਂ ਨੇ ਕਿਹਾ ਅਸੀਂ ਕਰ ਲਵਾਂਗੇ। ਇਹਨਾਂ ਨੂੰ ਡੰਗਰਾਂ ਵਾਲੇ ਵਾੜੇ ਵਿੱਚ ਇੱਕ ਰਹਿਣ ਲਈ ਝੌਂਪੜੀ ਦੇ ਦਿੱਤੀ। ਬਜ਼ੁਰਗ ਸਾਰਾ ਦਿਨ ਗੋਹਾ ਕੂੜਾ ਕਰਦਾ, ਇਹ ਮਾਤਾ ਭਾਂਡੇ ਮਾਂਜਦੀ, ਝਾੜੂ ਬੁਹਾਰੀ ਕਰਦੀ। ਇੱਕ ਦਿਨ ਇਸ ਮਾਤਾ ਪਾਸੋਂ ਕੋਈ ਬਰਤਨ ਟੁੱਟ ਗਿਆ। ਸ਼ਾਹੂਕਾਰ ਦੀ ਘਰਵਾਲੀ ਨੇ ਇਸ ਨੂੰ ਗਾਲੀ ਗਲੌਚ ਕੀਤੀ, ਮੰਦਾ ਬੋਲ ਬੋਲਿਆ। ਸ਼ਾਹੂਕਾਰ ਨੂੰ ਬੁਲਾ ਕੇ ਕਿਹਾ ਕਿ ਦੇਖ, ਇਸ ਮਾਈ ਨੇ ਆ ਕਿੰਨਾ ਕੀਮਤੀ ਬਰਤਨ ਤੋੜ ਦਿੱਤਾ ਹੈ, ਮਰੇ ਸੱਪ ਮੇਰੇ ਗਲ ਵਿੱਚ ਪਾ ਦਿੱਤੇ ਨੇ। ਸ਼ਾਹੂਕਾਰ ਨੇ ਕ੍ਰੋਧ ਦੇ ਨਾਲ ਲੱਤ ਮਾਰ ਦਿੱਤੀ। ਕਾੜ ਦੀ ਆਵਾਜ਼ ਆਈ ਤੇ ਇਸ ਮਾਤਾ ਦੀਆਂ 2 ਪਸਲੀਆਂ ਟੁੱਟ ਗਈਆਂ। ਇਹ ਬੇਹੋਸ਼ ਹੋ ਗਈ। ਇਸ ਨੂੰ ਪਾਣੀ ਆਦਿਕ ਪਿਲਾਇਆ, ਖੈਰ ਹੋਸ਼ ਆਈ। ਇਸ ਮਾਤਾ ਨੇ ਹੱਥ ਜੋੜੇ ਕਿ ਸ਼ਾਹੂਕਾਰ, ਇਸ ਤੋਂ ਬਾਅਦ ਐਸੀ ਗਲਤੀ ਨਾ ਹੋਵੇਗੀ। ਸ਼ਾਹੂਕਾਰ ਨੇ ਕਿਹਾ ਮੇਰੇ ਘਰੋਂ ਨਿਕਲ ਜਾਓ। ਕਹਿਣ ਲੱਗੀ ਸ਼ਾਹੂਕਾਰ, ਕੱਢ ਨਾ, ਸਾਡਾ ਕੋਈ ਸਹਾਰਾ ਨਹੀਂ, ਕਿੱਥੇ ਜਾਵਾਂਗੇ? ਮੈਂ ਇਸ ਤੋਂ ਬਾਅਦ ਗਲਤੀ ਨਹੀਂ ਕਰਾਂਗੀ। ਇਸੇ ਕੰਡੀਸ਼ਨ ਵਿੱਚ ਇਹ ਬਰਤਨ ਮਾਂਜਦੀ ਰਹੀ। ਸਮਾਂ ਬੀਤਿਆ। ਇੱਕ ਦਿਨ ਸ਼ਾਹੂਕਾਰ ਦੇ ਘਰ ਨੂੰ ਬਹੁਤ ਸਜਾਇਆ ਗਿਆ। ਸ਼ਾਹੂਕਾਰ ਦੇ ਘਰ ਦੇ ਵਿੱਚ ਬਹੁਤ ਸਾਰੇ ਪਕਵਾਨ ਬਣ ਰਹੇ ਨੇ, ਤੰਬੂ ਕਨਾਤਾਂ ਲੱਗੀਆਂ ਹੋਈਆਂ ਨੇ, ਲੋਕ ਆ ਰਹੇ ਨੇ, ਭੋਜਨ ਛਕ ਰਹੇ ਨੇ, ਸ਼ਾਹੂਕਾਰ ਨੂੰ ਬਹੁਤ ਸਾਰੇ ਉਪਹਾਰ ਔਰ ਗਿਫਟ ਦੇ ਰਹੇ ਨੇ। ਇਹ ਮਾਤਾ ਬਰਤਨ ਮਾਂਜ ਰਹੀ ਸੀ। ਸ਼ਾਹੂਕਾਰ ਇਹਦੇ ਕੋਲੋਂ ਲੰਘਿਆ ਤੇ ਇਸ ਮਾਤਾ ਨੇ ਅਚਾਨਚੱਕ ਪੁੱਛ ਲਿਆ, ਕਹਿਣ ਲੱਗੀ ਸ਼ਾਹੂਕਾਰ, ਅੱਜ ਤੇਰੇ ਘਰ ਦੇ ਅੰਦਰ ਇੰਨੀਆਂ ਖੁਸ਼ੀਆਂ ਨੇ, ਇੰਨੇ ਰਾਸ ਰੰਗ ਨੇ, ਤੈਨੂੰ ਅੱਜ ਖੁਸ਼ ਹੋਣਾ ਚਾਹੀਦਾ ਹੈ, ਪਰ ਮੈਂ ਵੇਖ ਰਹੀ ਹਾਂ ਕਿ ਤੇਰੇ ਚਿਹਰੇ ਤੇ ਚਿੰਤਾ ਦੇ ਸ਼ਿਕਨ ਨੇ। ਇਹ ਸ਼ਾਹੂਕਾਰ ਦੀਆਂ ਅੱਖਾਂ 'ਚੋਂ 2 ਹੰਝੂ ਨਿਕਲ ਆਏ। ਕਹਿਣ ਲੱਗਾ ਮਾਈ, ਅੱਜ ਮੇਰਾ ਜਨਮ ਦਿਨ ਹੈ। ਮੈਂ ਅਮੀਰ ਮਾਂ-ਬਾਪ ਦਾ ਪੁੱਤਰ ਸਾਂ। ਸਾਡੇ ਸ਼ਹਿਰ ਦੇ ਉੱਤੇ ਇੱਕ ਬਾਦਸ਼ਾਹ ਨੇ ਹਮਲਾ ਕੀਤਾ ਸੀ। ਮੇਰੇ ਮਾਂ-ਬਾਪ ਮਾਰੇ ਗਏ ਸਨ। ਮੈਂ ਕਿਸੇ ਤਰ੍ਹਾਂ ਭੱਜ ਨੱਸ ਕੇ ਬਚ ਗਿਆ ਸਾਂ। ਫਿਰ ਮੈਂ ਆਪਣਾ ਵਪਾਰ ਕੀਤਾ। ਮੈਂ ਫਿਰ ਅੱਜ ਇੰਨਾ ਅਮੀਰ ਹਾਂ। ਅੱਜ ਮੈਨੂੰ ਮੇਰੀ ਮਾਂ ਯਾਦ ਆ ਰਹੀ ਹੈ। ਮੇਰੇ ਮਾਂ-ਬਾਪ ਮੇਰਾ ਜਨਮ ਦਿਨ ਮਨਾਉਂਦੇ ਸਨ। ਮੈਂ ਆਪਣੀ ਮਾਂ ਦੀ ਗੋਦ ਵਿੱਚ ਬਹਿੰਦਾ ਸਾਂ। ਇਸੇ ਤਰ੍ਹਾਂ ਪਕਵਾਨ ਬਣਦੇ ਸਨ। ਲੋਕ ਮੈਨੂੰ
ਉਪਹਾਰ ਦਿੰਦੇ ਸਨ। ਅੱਜ ਮੈਨੂੰ ਮੇਰੀ ਮਾਂ ਯਾਦ ਆ ਰਹੀ ਹੈ। ਕਾਸ਼ ਅੱਜ ਮੇਰੀ ਮਾਂ ਜਿੰਦਾ ਹੁੰਦੀ, ਮੈਂ ਆਪਣੀ ਮਾਂ ਦੀ ਗੋਦ ਵਿੱਚ ਬਹਿੰਦਾ, ਮੇਰੇ ਮਾਂ-ਬਾਪ ਵੀ ਮੇਰੀ ਇਸ ਅਮੀਰੀ ਦਾ ਆਨੰਦ ਮਾਣਦੇ, ਖੁਸ਼ੀ ਮਾਣਦੇ। ਇਸ ਮਾਤਾ ਨੇ ਕਿਹਾ, ਸ਼ਾਹੂਕਾਰ ਮੇਰੀਆਂ 2-3 ਗੱਲਾਂ ਦਾ ਜਵਾਬ ਦੇ, ਗੁੱਸਾ ਨਾ ਕਰੀ। ਤੇਰੇ ਕੰਨ ਦੇ ਸੱਜੇ ਕੰਨ ਦੇ ਪਿੱਛੇ ਤਿਲ ਤੇ ਨਹੀਂ, ਤੇਰੇ ਸੱਜੇ ਗੋਡੇ ਦੇ ਅੰਦਰਲੇ ਪਾਸੇ ਫੋੜੇ ਦਾ ਜ਼ਖਮ ਤਾਂ ਨਹੀਂ, ਤੇਰੇ ਖੱਬੇ ਗਿੱਟੇ ਦੇ ਉੱਤੇ ਚਾਕੂ ਵੱਜਣ ਦਾ ਨਿਸ਼ਾਨ ਤੇ ਨਹੀਂ, ਜ਼ਖਮ ਦਾ। ਕਹਿਣ ਲੱਗਾ, ਮਾਈ ਨਿਸ਼ਾਨੀਆਂ ਤੇਰੀਆਂ ਤਿੰਨੇ ਠੀਕ ਨੇ, ਤੂੰ ਅੱਜ ਪਹਿਲੇ ਦਿਨ ਮੇਰੇ ਨਾਲ ਚੰਗੀ ਤਰ੍ਹਾਂ ਬੋਲੀ ਹੈ। ਮੈਨੂੰ ਇਹ ਦੱਸ, ਤੈਨੂੰ ਇਹ ਨਿਸ਼ਾਨੀਆਂ ਕਿੰਨੇ ਦੱਸੀਆਂ ਨੇ? ਤੂੰ ਅੰਤਰਜਾਮੀ ਹੈ, ਤੂੰ ਜੋਤਸ਼ੀ ਹੈ? ਕਹਿਣ ਲੱਗੀ, ਸ਼ਾਹੂਕਾਰ ਨਹੀਂ, ਮੈਂ ਜੋਤਸ਼ੀ ਨਹੀਂ, ਮੈਂ ਤੈਨੂੰ ਬਹੁਤ ਦਿਨਾਂ ਤੋਂ ਦੇਖ ਰਹੀ ਸਾਂ, ਪਰ ਅੱਜ ਤੂੰ ਨਜ਼ਦੀਕ ਹੋ ਕੇ ਜਦੋਂ ਬੋਲਿਆ ਹੈ ਤਾਂ ਮੈਂ ਤੇਰੀ ਆਵਾਜ਼ ਨੂੰ ਪਛਾਣਿਆ ਹੈ। ਤੂੰ ਮੇਰਾ ਬੇਟਾ ਹੈ, ਮੈਂ ਤੇਰੀ ਮਾਂ ਹਾਂ। ਸਾਨੂੰ ਬਾਦਸ਼ਾਹ ਨੇ ਕਤਲ ਨਹੀਂ ਸੀ ਕੀਤਾ, ਕੈਦ ਕਰ ਲਿਆ ਸੀ। ਅਸੀਂ ਇੰਨਾ ਚਿਰ ਕਾਲੇ ਪਾਣੀਆਂ ਦੀ ਸਜ਼ਾ ਭੋਗ ਕੇ ਤੇਰੇ ਘਰ ਪਹੁੰਚੇ ਹਾਂ। ਅੱਜ ਤੂੰ ਬੋਲਿਆ ਹੈ ਤੇ ਪਛਾਣਿਆ ਹੈ। ਇਹ ਸ਼ਾਹੂਕਾਰ ਨੇ ਗੌਰ ਦੇ ਨਾਲ ਤੱਕਿਆ, ਇਹਨੇ ਆਪਣੀ ਮਾਂ ਨੂੰ ਪਛਾਣ ਲਿਆ। ਵਾਸਤਵ ਦੇ ਅੰਦਰ ਹੀ ਸੱਕੀ ਮਾਂ ਸੀ। ਇਹ ਮਾਂ ਦੇ ਪੈਰਾਂ ਤੇ ਟਹਿ ਪਿਆ, ਇਹ ਫੁੱਟ ਕੇ ਰੋਇਆ, ਹੰਝੂਆਂ ਦੇ ਨਾਲ ਮਾਂ ਦੇ ਪੈਰ ਧੋ ਦਿੱਤੇ। ਮਾਂ ਮੈਨੂੰ ਮੁਆਫ ਕਰ ਦੇ, ਮੇਰੇ ਘਰ ਵਿੱਚ ਤੂੰ ਝੂਠੇ ਬਰਤਨ ਮਾਂਜਦੀ ਰਹੀ, ਮੈਂ ਤੇਰੀ ਬੇਪੱਤੀ ਕੀਤੀ, ਤੇਰੀਆਂ ਪਸਲੀਆਂ ਤੋੜੀਆਂ। ਮਾਂ ਮੈਨੂੰ ਮੁਆਫ ਕਰ ਦੇ। ਨੌਕਰਾਣੀਆਂ ਨੂੰ ਬੁਲਾਇਆ, ਮਾਤਾ ਦਾ ਇਸ਼ਨਾਨ ਪਾਨ ਕਰਾਇਆ। ਆਪ ਇਹ ਦੌੜ ਕੇ ਉਸ ਬਜ਼ੁਰਗ ਵੱਲ ਗਿਆ ਜੋ ਗੋਹਾ ਚੁੱਕ ਰਿਹਾ ਸੀ, ਤੇ ਜਾ ਕੇ ਕਹਿਣ ਲੱਗਾ, ਬਜ਼ੁਰਗਾ ਛੱਡ ਦੇ ਇਸ ਗੋਹੇ ਨੂੰ, ਸਾਹਮਣੇ ਬੰਗਲੇ ਦੇ ਅੰਦਰ ਚਲਾ ਜਾ, ਤੈਨੂੰ ਜ਼ਿੰਦਗੀ ਦੀ ਹਰ ਸਹੂਲਤ ਮਿਲੇਗੀ। ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਹੈ ਕਿ ਅੱਜ ਮੈਨੂੰ ਮੇਰੀ ਮਾਂ ਮਿਲੀ ਹੈ, ਤੇ ਮੈਂ ਚਾਹੁੰਦਾ ਮੈਂ ਤੇਰੇ ਵੀ ਹੰਝੂ ਪੂੰਝ ਦਿਆਂ। ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗਾ, ਐ ਮੇਰੇ ਲਾਲ, ਤੈਨੂੰ ਤੇਰੀ ਮਾਂ ਹੀ ਨਹੀਂ ਮਿਲੀ, ਤੈਨੂੰ ਤੇਰਾ ਪਿਓ ਵੀ ਮਿਲ ਗਿਆ। ਇਸਨੇ ਆਪਣੇ ਪਿਤਾ ਨੂੰ ਵੀ ਪਛਾਣ ਲਿਆ। ਹੁਣ ਇਹ ਕਹਾਣੀ ਕੀ ਦੱਸਦੀ ਹੈ? ਇਹ ਇੱਕ ਦੂਜੇ ਨੂੰ ਤਿੰਨੇ ਹੀ ਰੋਜ਼ ਵੇਖਦੇ ਨੇ, ਪਰ ਪਹਿਚਾਨ ਨਹੀਂ ਹੈ। ਜੇ ਪਹਿਚਾਨ ਨਾ ਹੋਵੇ ਤਾਂ ਮਾਂ-ਬਾਪ ਦੀ ਇਹ ਕੰਡੀਸ਼ਨ ਹੋ ਸਕਦੀ ਹੈ ਨਾ ਇਸ ਕਹਾਣੀ ਮੁਤਾਬਕ। ਇਹਦਾ ਮਤਲਬ ਕਿਸੇ ਨੂੰ ਵੇਖਣਾ ਹੀ ਕਾਫੀ ਨਹੀਂ, ਕਿਸੇ ਦੀ ਪਹਿਚਾਨ ਕਰਨੀ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਪਿਆਰਿਓ, ਰੱਬ ਦੇ ਦਰਸ਼ਨ ਕਰਨਾ ਹੀ ਕਾਫੀ ਨਹੀਂ, ਰੱਬ ਦੀ ਪਹਿਚਾਨ ਕਰਨੀ ਵੀ ਬਹੁਤ ਜ਼ਰੂਰੀ ਹੈ। ਜੇ ਪਹਿਚਾਨ ਨਹੀਂ ਤਾਂ ਤੁਸੀਂ ਰੱਬ ਦੀ ਬੇਪੱਤੀ ਕਰ ਸਕਦੇ ਹੋ, ਔਰ ਐਸਾ ਹੋ ਰਿਹਾ ਹੈ। ਹੁਣ ਰੱਬ ਦੀ ਪਹਿਚਾਨ ਕੀ ਹੈ? ਜੋ ਦਿਸੈ ਸੋ ਤੇਰਾ ਰੂਪ, ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ, ਕਬੀਰ ਪੂੰਗਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਪ੍ਰਭੂ, ਤੂੰ ਸਾਰਿਆਂ ਦੇ ਅੰਦਰ ਇੱਕ ਹੀ ਸਮਾਇਆ ਹੋਇਆ ਹੈ। ਜੋ ਦਿਸਦਾ ਜਗਤ ਹੈ ਇਹ ਤੇਰਾ ਹੀ ਰੂਪ ਹੈ। ਤਾਂ ਮੈਂ ਬੇਨਤੀ ਕਰਾਂ, ਜਿਸ ਦਿਨ ਬੰਦਾ ਬੰਦੇ ਨੂੰ ਰੱਬ ਦੇ ਰੂਪ ਵਿੱਚ ਪਛਾਣਨਾ ਸ਼ੁਰੂ ਕਰ ਦੇਵੇਗਾ ਔਰ ਰੱਬ ਦੇ ਰੂਪ ਦੇ ਅੰਦਰ ਪਹਿਚਾਨ ਕਰਕੇ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰੇਗਾ, ਉਸ ਦਿਨ ਇਸ ਦੀ ਜ਼ਿੰਦਗੀ ਬਦਲ ਜਾਏਗੀ। ਤਾਂ ਸਾਡਾ ਇੱਕ ਭੁਲੇਖਾ ਸੀ ਕਿ ਇਹ ਦੁਨੀਆ ਰੱਬ ਦੇ ਨਾਲੋਂ ਵੱਖਰੀ ਹੈ, ਮਨੁੱਖ ਰੱਬ ਦੇ ਨਾਲੋਂ ਵੱਖਰਾ ਹੈ। ਪਿਆਰਿਓ, ਵਖਰੇਵਾਂ ਸਾਡੀ ਆਪਣੀ ਹਉਮੈ ਔਰ ਈਗੋ ਆਦਿਕ ਕਰਕੇ ਹੈ। ਜਿਸ ਦਿਨ ਅਸੀਂ ਇਸ ਈਗੋ ਨੂੰ ਦੂਰ ਕਰਕੇ ਸੰਸਾਰ ਨੂੰ ਰੱਬ ਦਾ ਰੂਪ ਕਰਕੇ ਵੇਖਾਂਗੇ, ਹਰ ਮਨੁੱਖ ਨੂੰ ਰੱਬ ਦਾ ਰੂਪ ਕਰਕੇ ਜਾਣਾਂਗੇ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰਾਂਗੇ, ਸਾਡਾ ਜੀਵਨ ਬਦਲ ਜਾਏਗਾ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।